पंजाबी खबरनाम ਦੇ ਵਿੱਚ ਵੱਡੀ ਖਬਰ ਨਿਕਲ ਕੇ ਆ ਰਹੀ ਹੈ। ਪੰਜਾਬ ਦੇ ਵਿੱਚ ਖੇਤੀ ਕਾਨੂੰਨਾਂ ਕਰਕੇ ਬੀਜੇਪੀ ਨੂੰ ਵੱਡੀ ਢਾਹ ਲੱਗੀ ਹੈ। ਬੇਸ਼ੱਕ ਸਰਕਾਰ ਖੇਤੀ ਕਾਨੂੰਨਾਂ ਨੂੰ ਸਹੀ ਸਾਬਤ ਕਰਨ ਵਿੱਚ ਪੂਰੀ ਵਾਹ ਲਾ ਰਹੀ ਹੈ, ਪਰ ਲੋਕ ਮੰਨਣ ਲਈ ਤਿਆਰ ਨਹੀਂ ਤੇ ਹਾਲ ਹੀ ਵਿੱਚ ਬੀਜੇਪੀ ਵਿੱਚ ਸ਼ਾਮਲ ਕਿਸਾਨਾਂ ਦਾ ਵੀ ਦਮ ਘੁੱਟਣਾ ਸ਼ੁਰੂ ਹੋ ਚੁੱਕਿਆ। ਇਸ ਲਈ ਉਹ ਲਗਾਤਾਰ ਪਾਰਟੀ ਛੱਡ ਰਹੇ ਨੇ। ਬੀਜੇਪੀ ਨੂੰ ਐਤਵਾਰ ਫਿਰੋਜ਼ਪੁਰ 'ਚ ਵੱਡਾ ਝਟਕਾ ਲੱਗਿਆ। ਨਵੇਂ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਕਿਸਾਨ ਅੰਦੋਲਨ ਦੀ ਹਮਾਇਤ ਕਰਦਿਆਂ 3 ਦਰਜਨ ਭਾਜਪਾ ਅਹੁਦੇਦਾਰਾਂ ਨੇ ਪਾਰਟੀ ਤੋਂ ਕਿਨਾਰਾ ਕਰ ਲਿੱਤਾ। ਫਿਰੋਜ਼ਪੁਰ ਪ੍ਰੈਸ ਕਲੱਬ ਵਿੱਚ ਹਾਜ਼ਰ ਹੋਏ ਭਾਜਪਾ ਦੇ ਆਗੂ ਨੇ ਨਵੇਂ ਖੇਤੀ ਕਾਨੂੰਨਾਂ ਦੀ ਨਿਖੇਧੀ ਕੀਤੀ ਤੇ ਆਖਿਆ ਕਿ ਉਹ ਹਰ ਪੱਖੋਂ ਕਿਸਾਨਾਂ ਦੇ ਨਾਲ ਨੇ। ਪਾਰਟੀ ਛੱਡਣ ਵਾਲੇ ਅਹੁਦੇਦਾਰਾਂ ਵਿੱਚ ਬਲਾਕ ਸਮਿਤੀ ਦੇ ਚੇਅਰਮੈਨ ਬਲਵੰਤ ਸਿੰਘ ਰੱਖੜੀ, ਭਾਜਪਾ ਜ਼ਿਲ੍ਹਾ ਵਾਈਸ ਪ੍ਰਧਾਨ ਬਲਵਿੰਦਰ ਸਿੰਘ ਪੱਪੂ, ਜਸਪਾਲ ਸਿੰਘ ਜਿੰਮੀ ਸੰਧੂ, ਕੌਂਸਲਰ ਸੁਖਵਿੰਦਰ ਸੁੱਖਾ, ਕਿਸਾਨ ਮੋਰਚਾ ਦੇ ਸਾਬਕਾ ਪ੍ਰਧਾਨ ਗੁਰਪ੍ਰੀਤ ਸਿੰਘ ਬਹਾਦਰ ਵਾਲਾ, ਕਿਸਾਨ ਮੋਰਚਾ ਦੇ ਸਾਬਕਾ ਸਕੱਤਰ ਸਰਪੰਚ ਹਰਜੀਤ ਸਿੰਘ ਤੇ ਯੁਵਾ ਮੋਰਚਾ ਦੇ ਸਾਬਕਾ ਵਾਈਸ ਪ੍ਰਧਾਨ ਪਿੰਡ ਟੱਲੀ ਦੇ ਸਾਬਕਾ ਸਰਪੰਚ ਬਖਸ਼ੀਸ਼ ਸਿੰਘ ਸ਼ਾਮਲ ਸਨ। ਭਾਜਪਾ ਆਗੂ ਬਲਵਿੰਦਰ ਸਿੰਘ ਨੇ ਆਖਿਆ ਕਿ ਉਹ 1997 ਤੋਂ ਇਸ ਪਾਰਟੀ ਦੇ ਨਾਲ ਜੁੜੇ ਹੋਏ ਨੇ। ਹੁਣ ਤੱਕ ਹੋਈਆਂ ਸਾਰੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੀ ਦਿਲੋਂ ਮਦਦ ਕੀਤੀ ਹੈ, ਪਰ ਹੁਣ ਭਾਜਪਾ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਪਾਰਟੀ ਛੱਡ ਰਹੇ ਨੇ। ਜਿੰਮੀ ਸਿੱਧੂ ਨੇ ਕਿਹਾ ਕਿ ਮੈਂ ਪਾਰਟੀ ਵਰਕਰ ਹੋਣ ਤੋਂ ਪਹਿਲਾਂ ਕਿਸਾਨਾਂ ਦਾ ਪੁੱਤ ਹਾਂ। ਕਿਸਾਨਾਂ ਨਾਲ ਹੋ ਰਹੀ ਧੱਕੇਸ਼ਾਹੀ ਨੂੰ ਹੋਰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਉਹ ਪਿਛਲੇ 20 ਸਾਲਾਂ ਤੋਂ ਪਾਰਟੀ ਲਈ ਕੰਮ ਕਰ ਰਹੇ ਨੇ ਤੇ ਵੱਖ-ਵੱਖ ਅਹੁਦਿਆਂ ਦੇ ਉੱਪਰ ਉਹਨਾਂ ਵੱਲੋਂ ਸੇਵਾ ਵੀ ਨਿਭਾਈ ਜਾ ਰਹੀ ਹੈ। ਅੱਜ ਕੇਂਦਰ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਕਰਕੇ ਭਰੇ ਮਨ ਨਾਲ ਪਾਰਟੀ ਛੱਡ ਰਹੇ ਨੇ। ਉਹਨਾਂ ਕਿਹਾ ਕਿ ਇਸ ਕਿਸਾਨ ਅੰਦੋਲਨ ਵਿੱਚ ਹੁਣ ਤੱਕ ਕਿਸਾਨ ਸ਼ਹਾਦਤ ਦੇ ਚੁੱਕੇ ਨੇ, ਪਰ ਕੇਂਦਰ ਸਰਕਾਰ ਦੇ ਕੰਨ ਤੇ ਜੂੰ ਤੱਕ ਨਹੀਂ ਸਰਕ ਰਹੀ। ਇਸੇ ਤਰ੍ਹਾਂ ਬਲਵੰਤ ਸਿੰਘ ਨੇ ਵੀ ਖੇਤੀ ਕਾਨੂੰਨਾਂ ਸੰਬੰਧੀ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ ਹੈ ਤੇ ਉਹਨਾਂ ਹੈਰਾਨੀ ਪ੍ਰਗਟ ਕੀਤੀ ਹੈ ਕਿ ਜਿਸ ਚੀਜ਼ ਦੀ ਕਿਸਾਨ ਮੰਗ ਨਹੀਂ ਕਰ ਰਹੇ ਕਿ ਕੇਂਦਰ ਸਰਕਾਰ ਉਹ ਧੱਕੇ ਨਾਲ ਕਿਸਾਨਾਂ ਤੇ ਥੋਪ ਰਹੀ ਹੈ। ਇਸੇ ਤਰ੍ਹਾਂ ਬਾਕੀ ਆਗੂਆਂ ਨੇ ਵੀ ਕਿਸਾਨਾਂ ਦਾ ਸਮਰਥਨ ਕਰਦਿਆਂ ਭਾਜਪਾ ਨੂੰ ਅਲਵਿਦਾ ਕਹਿ ਦਿੱਤਾ। ਕਿਸਾਨ ਤਿੰਨੋਂ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਤੇ ਅੜੇ ਨੇ। ਕਿਸਾਨ ਹੱਡ ਚੀਰਵੀਂ ਠੰਡ ਦੇ ਵਿੱਚ 25 ਦਿਨਾਂ ਤੋਂ ਦਿੱਲੀ ਦੀ ਸਰਹੱਦ ਦੇ ਉੱਪਰ ਡਟੇ ਹੋਏ ਨੇ। ਕਿਸਾਨ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਸੜਕ ਤੇ ਅੰਦੋਲਨ ਕਰ ਰਹੇ ਨੇ। ਸਰਕਾਰ ਨੇ ਦਾਅਵਾ ਕੀਤਾ ਕਿ ਇਹ ਕਾਨੂੰਨ ਦੇਸ਼ ਤੇ ਕਿਸਾਨਾਂ ਦੇ ਹਿੱਤ ਵਿੱਚ ਨੇ। ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਠੋਸ ਮੁਸ਼ਕਿਲਾਂ ਦਾ ਹੱਲ ਹੋ ਗਿਆ ਹੈ। ਕਿਸਾਨ ਹਨ ਕਿ ਮੰਨ ਹੀ ਨਹੀਂ ਰਹੇ ਤੇ ਹੁਣ ਸਰਕਾਰ ਵੱਲੋਂ ਕਿਸਾਨਾਂ ਨੂੰ ਇੱਕ ਪੱਤਰ ਲਿਖਿਆ ਗਿਆ। ਫਿਰ ਕਿਸਾਨਾਂ ਵੱਲੋਂ ਵੀ ਸਰਕਾਰ ਨੂੰ ਇੱਕ ਓਪਨ ਲੈਟਰ ਲਿਖਿਆ ਗਿਆ ਤੇ ਹੁਣ ਸਾਰੇ ਧਰਨਾ ਸਥਲਾਂ ਤੇ ਕਿਸਾਨਾਂ ਵੱਲੋਂ ਭੁੱਖ ਹੜਤਾਲ ਦਾ ਐਲਾਨ ਕੀਤਾ ਗਿਆ, ਜਦੋਂ ਕਿ 40 ਕਿਸਾਨ ਸੰਗਠਨਾਂ ਨੂੰ ਸਰਕਾਰ ਵੱਲੋਂ ਇੱਕ ਪੱਤਰ ਲਿਖਿਆ ਗਿਆ। ਖੇਤੀਬਾੜੀ ਮੰਤਰਾਲੇ ਦੇ ਜੁਆਇੰਟ ਸੈਕਟਰੀ ਵਿਵੇਕ ਅਗਰਵਾਲ ਨੇ ਕ੍ਰਾਂਤੀਕਾਰੀ ਕਿਸਾਨ ਮੋਰਚਾ ਸਣੇ 40 ਕਿਸਾਨ ਸੰਗਠਨਾਂ ਨੂੰ ਇੱਕ ਵਾਰ ਫੇਰ ਗੱਲਬਾਤ ਕਰਨ ਦਾ ਸੱਦਾ ਦਿੱਤਾ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੱਛਮੀ ਬੰਗਾਲ ਵਿੱਚ ਕਿਹਾ ਕਿ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਕਿਸਾਨਾਂ ਦੇ ਨਾਲ ਗੱਲਬਾਤ ਕਰ ਰਹੇ ਨੇ। ਉਹ ਨਰਿੰਦਰ ਸਿੰਘ ਤੋਮਰ 1-2 ਦਿਨ ਵਿੱਚ ਅੰਦੋਲਨ ਖਤਮ ਕਰਨ ਲਈ ਕਿਸਾਨਾਂ ਨੂੰ ਮਿਲ ਰਹੇ ਨੇ। ਇਹਦੇ ਨਾਲ ਹੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵੀ ਘੱਟੋ ਘੱਟ ਸਮਰਥਨ ਮੁੱਲ MSP ਬਾਰੇ ਵੱਡਾ ਬਿਆਨ ਦਿੱਤਾ। ਖੱਟਰ ਨੇ ਕਿਹਾ ਕਿ ਜੇ MSP ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਹ ਰਾਜਨੀਤੀ ਨੂੰ ਛੱਡ ਦੇਣਗੇ। ਹੁਣ ਕਿਸਾਨਾਂ ਨੇ ਖੇਤੀਬਾੜੀ ਕਾਨੂੰਨ ਖਿਲਾਫ ਇੱਕ ਰੋਜ਼ਾ ਭੁੱਖ ਹੜਤਾਲ ਦਾ ਐਲਾਨ ਕੀਤਾ। ਸਵਰਾਜ ਅਭਿਆਨ ਦੇ ਨੇਤਾ ਜੋਗਿੰਦਰ ਯਾਦਵ ਨੇ ਕਿਹਾ ਕਿ 21 ਦਸੰਬਰ ਨੂੰ ਕਿਸਾਨ ਖੇਤੀਬਾੜੀ ਕਾਨੂੰਨਾਂ ਦੇ ਵਿਰੁੱਧ ਸਾਰੇ ਧਰਨੇ ਵਾਲੀ ਥਾਵਾਂ ਤੇ 24 ਘੰਟੇ ਦਾ ਵਰਤ ਸ਼ੁਰੂ ਕਰਨਗੇ। ਤਿੰਨੇ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਅੰਦੋਲਨ ਦਾ ਅੱਜ 25ਵਾਂ ਦਿਨ ਹੈ। ਕੇਂਦਰ ਸਰਕਾਰ ਭਾਵੇਂ ਕਿਸਾਨਾਂ ਨੂੰ ਮਨਾਉਣ ਵਾਸਤੇ ਕੋਈ ਕਸਰ ਨਹੀਂ ਛੱਡ ਰਹੀ, ਪਰ ਫਿਰ ਵੀ ਕਿਸਾਨ ਯੂਨੀਅਨਾਂ ਆਪਣੀ ਮੰਗਾਂ ਤੇ ਡਟੀਆਂ ਹੋਈਆਂ ਨੇ। ਕਿਸਾਨਾਂ ਦੀ ਮੰਗ ਹੈ ਕਿ ਨਵੇਂ ਖੇਤੀ ਕਾਨੂੰਨਾਂ ਨੂੰ ਪੂਰੀ ਤਰ੍ਹਾਂ ਰੱਦ ਕੀਤਾ ਜਾਵੇ। ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਬਾਰਡਰ ਉੱਤੇ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਜਾਰੀ ਹੈ। ਇਸ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ ਹਰਿਆਣਾ 'ਚ ਕਿਸੇ ਵੀ ਰਾਜਮਾਰਗ ਉੱਤੇ ਟੋਲ ਵਸੂਲੀ ਨਹੀਂ ਕਰਨ ਦਿੱਤੀ ਜਾਵੇਗੀ। ਕਿਸਾਨ ਆਗੂ ਦਲਜੀਤ ਸਿੰਘ ਡੱਲੇਵਾਲਾ ਨੇ ਦੱਸਿਆ ਕਿ 25 ਤੋਂ 27 ਦਸੰਬਰ ਤੱਕ ਹਰਿਆਣਾ ਦੇ ਸਾਰੇ ਰਾਜਮਾਰਗਾਂ ਤੇ ਟੋਲ ਵਸੂਲੀ ਨਹੀਂ ਹੋਣ ਦਿੱਤੀ ਜਾਵੇਗੀ। ਇਸ ਪ੍ਰੈਸ ਕਾਨਫਰੰਸ ਵਿੱਚ ਮੌਜੂਦ ਕਿਸਾਨ ਆਗੂ ਰਕੇਸ਼ ਟਕੈਤ ਨੇ ਵੀ ਕਿਹਾ ਕਿ ਨਵੇਂ ਕਾਨੂੰਨਾਂ ਦਾ ਵਿਰੋਧ ਕਰਦਿਆਂ 23 ਦਸੰਬਰ ਨੂੰ ਕਿਸਾਨ ਦਿਵਸ ਮਨਾਇਆ ਜਾਵੇਗਾ। ਉਹਨਾਂ ਨੇ ਕਿਹਾ ਕਿ ਅਸੀਂ ਲੋਕਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਉਸ ਦਿਨ ਦੁਪਹਿਰ ਦਾ ਭੋਜਨ ਨਾ ਪਕਾਉਣ।
ਕਿਸਾਨ ਆਗੂਆਂ ਨੇ ਬੁੱਧਵਾਰ ਨੂੰ ਆਮ ਜਨਤਾ ਨੂੰ ਇੱਕ ਦਿਨ ਦਾ ਵਰਤ ਰੱਖਣ ਦੀ ਅਪੀਲ ਕੀਤੀ ਹੈ ਤੇ ਨਾਲ ਹੀ 26 ਤੇ 27 ਦਸੰਬਰ ਨੂੰ ਐਨਡੀਏ 'ਚ ਸ਼ਾਮਲ ਪਾਰਟੀਆਂ ਦੇ ਆਗੂਆਂ ਨੂੰ ਮਿਲ ਕੇ ਉਹਨਾਂ ਨੂੰ ਅਪੀਲ ਕੀਤੀ ਜਾਵੇਗੀ ਕਿ ਉਹ ਸਰਕਾਰ ਤੇ ਦਬਾਅ ਪਾ ਕੇ ਤਿੰਨਾਂ ਕਾਨੂੰਨਾਂ ਨੂੰ ਵਾਪਸ ਕਰਾਉਣ। ਇੰਜ ਨਾ ਕਰਨ ਤੇ ਉਹਨਾਂ ਵਿਰੁੱਧ ਰੋਸ ਪ੍ਰਦਰਸ਼ਨ ਸ਼ੁਰੂ ਕੀਤੇ ਜਾਣਗੇ। ਅਡਾਨੀ ਤੇ ਅੰਬਾਨੀ ਦਾ ਬਾਈਕਾਟ ਜਾਰੀ ਰਹੇਗਾ। ਕਿਸਾਨ ਆਗੂਆਂ ਨੇ ਇਹ ਵੀ ਕਿਹਾ ਹੈ ਕਿ 27 ਦਸੰਬਰ ਨੂੰ ਜਿੰਨਾ ਚਿਰ ਪ੍ਰਧਾਨ ਮੰਤਰੀ ਆਪਣੇ ਮਨ ਕੀ ਬਾਤ ਕਰਨਗੇ ਉਨਾ ਚਿਰ ਕਿਸਾਨ ਤਾੜੀਆਂ ਤੇ ਥਾਲੀਆਂ ਵਜਾਉਣਗੇ। ਇਹਦਾ ਭਈਆ ਤਗੜਾ ਐਂ ਬੜੇ ਸਰਕਾਰ ਦਾ ਉਹ ਬੜੇ ਦੇ ਦੁਨੀਆ ਇਹ ਕਹਿੰਦਾ ਕਮਾਲੀ ਦੇ ਸੈਨ ਕਰ ਲਿਆ ਅਸੀਂ ਮੈਂ ਕੋਲੋਂ ਦਾ ਬਾਤ ਦਾ ਛਾਪਾ ਬਤਾਇਆ ਮੇਰਾ ਭਾਅ ਇਹ ਕਰੀਆ ਮੈਨੂੰ ਐਸਐਸਪੀ ਦੇ ਦਾਸ ਵਾਲੇ ਨੂੰ ਕਹਿ ਰਹੀ ਮੇਰਾ ਵੀ ਜਾ ਰਿਹਾ ਬੜਾ ਕਿ ਦੂਜਾ ਨਹੀਂ ਸਾਰੇ ਪਹਿਲਾਂ ਤੁਹਾਡਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਆਪਣੇ ਜਿੰਨੇ ਵੀ YouTube ਵਾਲੇ ਜਿੰਨੇ ਵੀ ਸਾਡੇ ਚੈਨਲ ਆ ਜਿਨ੍ਹਾਂ ਨੇ ਹੁਣ ਤੱਕ ਸਾਡੀਆਂ ਸਾਰੀਆਂ ਨਿਊਜ਼ਾਂ ਜਿਹੜੀਆਂ ਸਾਡੇ ਭਾਰਤੀ ਕਿਸਾਨ ਯੂਨੀਅਨ ਦੀਆਂ ਔਰ ਜਿੰਨੇ ਵੀ ਸੰਘਰਸ਼ ਦੇ ਵਿੱਚ ਸਾਡੇ ਹੁਣ ਤੱਕ ਜਿੰਨੇ ਵੀ ਐਜੀਟੇਸ਼ਨਾਂ ਹੋਈਆਂ ਤੁਸੀਂ ਤਗੜਿਆ ਹੋ ਕੇ ਇਹ ਜਿਹੜੀਆਂ ਆਪਣੇ ਮਾਧਿਅਮ ਰਾਹੀਂ ਜਿਹੜੀਆਂ ਸਾਰੀਆਂ ਵਰਲਡ ਦੇ ਵਿੱਚ ਵੀ ਪਹੁੰਚਾਈਆਂ। ਤੇ ਇਸ ਕਰਕੇ ਜਿਹੜਾ ਤੁਸੀਂ ਮੈਨੂੰ ਸਵਾਲ ਕੀਤਾ ਆ ਇਹ ਸਾਡੀ ਸਮੁੱਚੀ ਬਾਡੀ ਜਿਹੜੀ ਆ ਸਾਡੀ ਪੰਜਾਬ ਦੀ ਆ। ਸਾਡੀ ਕੱਲ੍ਹ 31 ਮੈਂਬਰੀ ਕਮੇਟੀ ਦੀ ਮੀਟਿੰਗ ਹੋਈ ਬਾਘੇ ਪੁਰਾਣੇ ਮੀਟਿੰਗ ਦੇ ਵਿੱਚ ਜਿਹੜਾ ਸਾਡੇ ਪੰਜਾਬ ਦੇ ਪ੍ਰੈਜ਼ੀਡੈਂਟ ਆ ਸੂਬਾ ਪ੍ਰਧਾਨ ਜਿਹੜੇ ਸਾਡੇ ਵਿਜੇ ਕਾਲੜਾ ਜੀ ਉਹਨਾਂ ਦੇ ਘਰ ਵੀ ਰੇਟ ਹੋਈ। ਸਾਡਾ ਜਿਹੜਾ ਆੜਤੀ ਸ਼ੋਸ਼ਣ ਜਿਹੜੇ ਆ ਜਿਹੜਾ ਸਾਡਾ ਚੀਮਾ ਗਰੁੱਪ ਜਿਹੜਾ ਉਹਨਾਂ ਦੇ ਜਿਹੜਾ ਪ੍ਰਧਾਨ ਆ ਜਿਹੜੇ ਪਟਿਆਲੇ ਦੇ ਉਹਨਾਂ ਦੇ ਘਰ ਵੀ ਰੇਟ ਹੋਈ। ਉਸ ਨਵੇਂ ਸ਼ਹਿਰ ਦਾ ਪ੍ਰਧਾਨ ਉਹਨਾਂ ਦੇ ਘਰ ਵੀ ਰੇਟ ਹੋਈ। ਇਸ ਕਰਕੇ ਇਹ ਜਿਹੜੀਆਂ ਰੇਡਾਂ ਸੀਗੀਆਂ ਇਹ ਸਾਡਾ ਜ਼ਿਮੀਂਦਾਰਾਂ ਦੀ ਨਾਲ ਜਿਹੜੀ ਅਸੀਂ ਉਹਨਾਂ ਦੀ ਹੈਲਪ ਕਰ ਰਹੇ ਹਾਂ ਜੋ ਵੀ ਅਸੀਂ ਉਹਨਾਂ ਦੀ ਮਦਦ ਕਰ ਰਹੇ ਹਾਂ ਜੋ ਐਜੀਟੇਸ਼ਨ ਕਰ ਰਹੇ ਹਾਂ। ਅਸੀਂ ਤਗੜਿਆਂ ਹੋ ਕੇ ਜਿੱਦਣ ਦਾ ਉਹਨਾਂ ਨੇ ਇਹ ਧਰਨੇ 'ਤੇ ਬੈਠੇ ਆ ਉਦੋਂ ਦਾ ਅਸੀਂ ਵੀ ਸਮੁੱਚੀ ਸਾਰੀ ਪੰਜਾਬ ਦੀ ਬਾਡੀ ਨੇ ਇੱਕ ਪ੍ਰਣ ਲਿਆ ਸੀਗਾ ਵੀ ਅਸੀਂ ਇਹਨਾਂ ਦੇ ਨਾਲ ਤਗੜਿਆਂ ਹੋ ਕੇ ਸਾਥ ਦੇਣਾ। ਅਸੀਂ ਇਹਨਾਂ ਤੋਂ ਪਿੱਛੇ ਨਹੀਂ ਹਟਣਾ ਕਿਉਂਕਿ ਜਿਹੜਾ ਅਸੀਂ ਅੱਜ ਇਹਨਾਂ ਤੋਂ ਪਿੱਛੇ ਹਟਦੇ ਹਾਂ ਤੇ ਸਾਡਾ ਤੇ ਜਿਹੜਾ ਕਿਸਾਨ ਦਾ 9 ਮਾਸ ਦਾ ਰਿਸ਼ਤਾ। ਇਸ ਕਰਕੇ ਅਸੀਂ ਮੰਗਲਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਪੰਜਾਬ ਦੇ ਜਿੰਨੇ 1850 ਮੰਡੀ ਯਾਰਡ ਆ ਸਾਰੇ ਬੰਦ ਕੀਤੇ ਆ। ਕੋਈ ਵੀ ਮੰਡੀ ਯਾਰਡ ਨਹੀਂ ਖੋਲ੍ਹੇਗਾ। ਇਸ ਦੇ ਰੋਸ ਵਜੋਂ ਜੋ ਇਨਕਮ ਟੈਕਸ ਨੇ ਸਾਡੇ ਉੱਤੇ ਰੇਟਾਂ ਕੀਤੀਆਂ ਉਹਦੇ ਸੰਬੰਧ ਵਿੱਚ। ਕੀ ਨਾਂ ਜੀ ਆਪਣਾ? ਸੁਖਦੇਵ ਸਿੰਘ ਆੜਤੀ ਬਟਾਲਾ ਐਸੋਸੀਏਸ਼ਨ। ਸੁਖਦੇਵ ਜੀ ਕੱਲ ਮੰਡੀਆਂ ਬੰਦ ਰੱਖੀਆਂ ਜਾਣਗੀਆਂ ਇਹਦੇ ਬਾਰੇ ਥੋੜ੍ਹਾ ਦੱਸ ਦਿਓ। ਮੋਦੀ ਸਰਕਾਰ ਨੇ ਜੋ ਕਿਸਾਨਾਂ ਜਿਹੜਾ ਆੜਤੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਆੜਤੀ ਵਰਗ ਜਿਹੜਾ ਵਾ ਪਿਛਲੇ ਦਿਨਾਂ ਤੋਂ ਜੋ ਕਿਸਾਨ ਸੰਘਰਸ਼ ਕਰ ਰਹੇ ਦਿੱਲੀ 'ਚ ਉਹਨਾਂ ਦੇ ਨਾਲ ਮੋਢੇ 'ਤੇ ਮੋਢਾ ਜੋੜ ਕੇ ਸਾਥ ਦੇ ਰਿਹਾ ਤੇ ਕਿਸਾਨ ਜਿਹੜੀ ਇਸ ਗੱਲ ਤੋਂ ਹਿਤਾਚ 'ਚ ਆਣ ਕੇ ਕੇਂਦਰ ਸਰਕਾਰ ਨੇ ਉਹ ਆੜਤੀਆਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰਤਾ ਤੇ ਇਸੇ ਸਿਲਸਿਲੇ ਦੇ ਵਿੱਚ ਉਹਨਾਂ ਨੇ ਬੀਤੀ ਰਾਤ ਪਿਛਲੇ ਦਿਨੀ ਸਾਡੇ ਸੂਬਾ ਪ੍ਰਧਾਨ ਵਿਜੇ ਕਾਲੜਾ ਜੀ ਇਸ ਤਰ੍ਹਾਂ ਹੋਰ 2 ਮੰਡੀਆਂ ਦੇ ਪ੍ਰਧਾਨਾਂ ਦੇ ਉੱਤੇ ਘਰਾਂ ਦੇ ਉੱਤੇ ਛਾਪੇ ਮਾਰ ਕੇ ਜਿਹੜੇ ਇਨਕਮ ਟੈਕਸ ਦੇ ਛਾਪੇ ਮਾਰ ਕੇ ਜਿਹੜਾ ਵਾ ਆੜਤੀ ਵਰਗ ਨੂੰ ਡਰਾਉਣ ਦਾ ਯਤਨ ਕੀਤਾ ਜਿਹੜਾ ਅਸੀਂ ਉਹ ਹਰਗਿਜ਼ ਬਰਦਾਸ਼ਤ ਨਹੀਂ ਕਰਾਂਗੇ ਤੇ ਆੜਤੀ ਭਾਈਚਾਰਾ ਕੇਂਦਰ ਸਰਕਾਰ ਦੀ ਇਸ ਕਾਰਵਾਈ ਦਾ ਮੂੰਹ ਤੋੜ ਜਵਾਬ ਦੇਣਗੇ। ਕਿੰਨੀ ਦੇਰ ਤੋਂ ਲੈ ਕੇ ਕਿੰਨੀ ਦੇਰ ਤੱਕ ਜਿਹੜੀ ਮੰਡੀਆਂ ਬੰਦ ਰੱਖੀਆਂ ਇਹ ਸਾਡੇ ਕਿੰਨੀਆਂ ਮੰਡੀਆਂ ਬੰਦ ਰੱਖੀਆਂ ਇਹ ਸਾਡੇ ਪ੍ਰਧਾਨ ਸਾਹਿਬ ਨੇ ਜੋ ਸੂਬਾ ਪ੍ਰਧਾਨ ਨੇ ਉਹ 1850 ਮੰਡੀਆਂ ਜਿਹੜੇ ਜਾੜ ਨੇ ਸਾਡੇ ਉਹ ਦੱਸਿਆ ਤੁਹਾਨੂੰ ਪਹਿਲਾਂ ਵੀ ਉਹਦੇ ਅਨੁਸਾਰ ਕੱਲ੍ਹ ਤੋਂ 22 ਦਸੰਬਰ ਤੋਂ ਲੈ ਕੇ ਸ਼ਨੀਵਾਰ ਤੱਕ ਬੰਦ ਰਹਿਣਗੀਆਂ ਤੇ ਅਸੀਂ ਕੋਈ ਵੀ ਕੰਮ ਨਹੀਂ ਕਰਾਂਗੇ। ਸਾਡੀਆਂ ਸਾਰੀਆਂ ਦੁਕਾਨਾਂ ਬੰਦ ਰਹਿਣਗੀਆਂ। ਕਿਸਾਨ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਿਹਾ ਪਹਿਲੇ ਪੰਜਾਬ 'ਚ ਵੀ ਚੱਲਦਾ ਰਿਹਾ ਹੁਣ ਦਿੱਲੀ ਜਾ ਕੇ ਬੈਠਾ ਲੇਕਿਨ ਸੈਂਟਰ ਗਵਰਨਮੈਂਟ ਅਜੇ ਤੱਕ ਉਹਨਾਂ ਦੀ ਗੱਲ ਕੋਈ ਸੁਣਦਿਆਂ ਦਿਖਾਈ ਨਹੀਂ ਦੇ ਰਹੀ। ਇਹ ਕੇਂਦਰ ਸਰਕਾਰ ਦੀ ਬਦਨੀਤੀ ਹੈ। ਕੇਂਦਰ ਸਰਕਾਰ ਅੜੀਅਲ ਰਵੱਈਏ ਤੇ ਉਹਨੇ ਰਵੱਈਆ ਅਖਤਿਆਰ ਕੀਤਾ ਹੈ ਜੋ ਨਿੰਦਣਯੋਗ ਹੈ। ਕਾਰਨ ਹੈ ਕਿ ਵੇਖੋ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਜੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਇਹਨਾਂ ਨੂੰ ਚਾਹੀਦਾ ਕਿਸਾਨਾਂ ਦੇ ਦਰਦ ਨੂੰ ਸਮਝਣਾ ਚਾਹੀਦਾ। ਤੁਸੀਂ ਆਪ ਦੇਖੋ ਉੱਥੇ ਬੱਚੇ ਇੰਨੀ ਠੰਡ ਹੈ ਹੱਡ ਚੀਰਵੀਂ ਠੰਡ ਹੈ ਉਹਦੇ ਵਿੱਚ ਫਿਰ ਵੀ ਮੋਰਚਾ ਲਾ ਕੇ ਬੈਠੇ ਨੇ ਤੇ ਕੇਂਦਰ ਸਰਕਾਰ ਉਹਨਾਂ ਦੀ ਗੱਲ ਸੁਣਨ ਦੀ ਬਜਾਏ ਉਹਨਾਂ ਤੇ ਉਲਟਾ ਹੋਰ ਐਲੀਗੇਸ਼ਨ ਲਾ ਰਹੀ ਹੈ ਤੇ ਉਹ ਸੰਘਰਸ਼ ਨੂੰ ਤਾਰਪੀਡੋ ਕਰਨ ਦਾ ਯਤਨ ਕਰ ਰਹੀ ਹੈ। ਏਜੰਸੀਆਂ ਵਿੱਚ ਵਾੜ ਰਹੀ ਹੈ ਸੰਘਰਸ਼ ਨੂੰ ਹੋਰ ਲਮਕਾਉਣ ਦਾ ਯਤਨ ਕਰ ਰਹੀ ਹੈ ਤਾਂ ਕਿ ਕਿਸਾਨ ਜਿਹੜਾ ਉਹ ਹੰਬ ਬਣ ਜਾਣ ਤੇ ਕਿਸਾਨ ਸੰਘਰਸ਼ਾਦ ਵੀ ਚੱਲ ਜਾਣ ਜਿਹੜਾ ਇਹ ਕੰਮ ਕਦੀ ਵੀ ਨਹੀਂ ਹੋਣਾ ਤੇ ਕਿਸਾਨ ਕੇਂਦਰ ਨੂੰ ਇਹ ਰਵੱਈਆ ਛੱਡ ਕੇ ਕਿਸਾਨਾਂ ਦੀ ਗੱਲ ਸੁਣਨੀ ਪਵੇਗੀ।
ਇਹ ਮੰਡੀਆਂ ਬੰਦ ਲੈਣ ਦਾ ਫੈਸਲਾ ਇੱਦਾਂ ਲਿਆ ਗਿਆ ਵੀ ਸਾਡੀ ਜਿਹੜੀਆਂ ਆੜ੍ਹਤੀਆਂ ਦੇ ਉੱਤੇ ਇਨਕਮ ਟੈਕਸ ਦੀਆਂ ਰੇਟਾਂ ਕਰ ਰਹੇ ਨੇ, ਉਹਨਾਂ ਨੂੰ ਇਹ ਜਾਪਦਾ ਵੀ ਇਹ ਜਿਹੜੇ ਕਿਸਾਨ ਜਿਹੜਾ ਆੜ੍ਹਤੀਆਂ ਨੂੰ ਫੰਡ ਕਰ ਰਹੇ, ਉਹ ਆੜ੍ਹਤੀਏ ਆਪਣੇ ਕੋਲੋਂ ਪੈਸੇ ਇਕੱਠੇ ਕਰਕੇ ਤੇ ਆੜ੍ਹਤੀਆਂ ਦੇ ਸੰਘਰਸ਼ ਲਈ ਫੰਡ ਭੇਜ ਰਹੇ ਆ। ਪਰ ਇਹ ਜਿਹੜੇ ਫੰਡ ਜਿਹੜੀ ਇਹ ਸਾਡੇ ਤੇ ਰੇਟਾਂ ਕਰਨ ਦੇ ਆ ਇਨਕਮ ਟੈਕਸ ਵਾਲੀਆਂ, ਸਾਨੂੰ ਡਰਾਇਆ ਧਮਕਾਇਆ ਜਾ ਰਿਹਾ, ਕਿਉਂਕਿ ਇਹ ਜਿਹੜੇ ਕਿਸਾਨਾਂ ਦਾ ਤੇ ਆੜ੍ਹਤੀਆਂ ਦਾ ਨਹੁੰ ਮਾਸ ਦਾ ਰਿਸ਼ਤਾ ਵਾ, ਕਿਉਂਕਿ ਇਹਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਆ ਸੈਂਟਰ ਗੌਰਮੈਂਟ ਦੀ ਸਰਕਾਰ, ਮੋਦੀ ਸਰਕਾਰ। ਪਰ ਇਹਦੇ ਨਾਲ ਇਨਕਮ ਟੈਕਸ ਦੀਆਂ ਰੇਟਾਂ ਕਰਨ ਦੇ ਨਾਲ ਨਹੁੰ ਮਾਸ ਦਾ ਰਿਸ਼ਤਾ ਜਿਹੜਾ ਨਹੀਂ ਟੁੱਟ ਸਕਦਾ, ਕਿਉਂਕਿ ਸ਼ੁਰੂ ਤੋਂ ਪਹਿਲੋਂ ਅਸੀਂ ਕਿਸਾਨ ਵੀ ਆ, ਬਾਅਦ 'ਚ ਅਸੀਂ ਆੜ੍ਹਤੀਏ ਆ। ਸਾਡਾ ਸ਼ੁਰੂ ਤੋਂ ਸੰਘਰਸ਼ ਰਿਹਾ, ਜਦੋਂ ਵੀ ਕਿਸਾਨ ਦੇ ਉੱਤੇ ਕੋਈ ਵੀ ਦਿੱਕਤ ਆਈ ਆ, ਅਸੀਂ ਉਹਦੇ ਨਾਲ ਮੋਢਾ ਜੋੜ ਕੇ ਉਹਨਾਂ ਦਾ ਅਸੀਂ ਸਾਥ ਦਿੱਤਾ ਵਾ। ਮੋਦੀ ਸਰਕਾਰ ਜਿੰਨੀ ਮਰਜ਼ੀ ਰੇਟ ਕਰ ਲੇ, ਜੋ ਮਰਜ਼ੀ ਕਰ ਲੇ, ਅਸੀਂ ਕਿਸਾਨਾਂ ਦੇ ਸੰਘਰਸ਼ ਤੋਂ ਪਿੱਛੇ ਹਟਣ ਵਾਲੇ ਨਹੀਂ ਆ। ਇਹ ਜਿਹੜੀ ਕੇਂਦਰ ਸਰਕਾਰ ਆ, ਕਿਸਾਨਾਂ ਦੀਆਂ ਜਿਹੜੀਆਂ ਜਾਨਾਂ ਗਈਆਂ ਵਾ ਉਹ ਸ਼ਹੀਦਾਂ ਦੇ ਵਿੱਚ ਗਿਣੇ ਜਾਣੇ, ਉਹਨਾਂ ਨੂੰ ਸ਼ਹੀਦਾਂ ਦਾ ਦਰਜਾ ਦਿੱਤਾ ਜਾਣਾ ਵਾ। ਜਿਹੜਾ ਵੀ ਸੰਘਰਸ਼ ਦੇ ਵਿੱਚ ਕਿਸੇ ਦੀ ਇਹੋ ਜਿਹੀ ਘਟਨਾ ਹੋ ਜਾਂਦੀ ਆ, ਉਹਨੂੰ ਸ਼ਹੀਦਾਂ ਦਾ ਸੰਘਰਸ਼ ਕਿਹਾ ਜਾਂਦਾ। ਸਾਡੀ ਕੌਮ ਤੇ ਸ਼ੁਰੂ ਤੋਂ ਜੇ ਗੁਰੂ ਤੇਗ ਬਹਾਦਰ ਨੇ ਚਾਂਦੀ ਚੌਂਕ ਦੇ ਵਿੱਚ ਆਪਣੀ ਕੁਰਬਾਨੀ ਦਿੱਤੀ, ਸਾਡੀਆਂ ਕੌਮਾਂ ਜਦੋਂ ਵੀ ਕਿਸੇ ਕੌਮ ਤੇ ਜ਼ੁਲਮ ਹੁੰਦਾ ਵਾ ਤੇ ਸਭ ਤੋਂ ਪਹਿਲੋਂ ਸਿੱਖ ਕੌਮ ਉਸ ਜ਼ੁਲਮ ਦੇ ਖਿਲਾਫ ਲੜਦੀ ਆ। ਅੱਜ ਤੇ ਸਾਡਾ ਆਪਣਾ ਸੰਘਰਸ਼ ਆ, ਕਿਸਾਨਾਂ ਦਾ ਸੰਘਰਸ਼ ਆ।